ਮੇਰੀ ਪਤਨੀ ਬਹੁਤ ਪੜ੍ਹੀ ਲਿਖੀ ਅਤੇ ਸੁੰਦਰ ਸੀ ਅਤੇ ਮੈਂ ਅਨਪੜ੍ਹ ਅਤੇ ਗਵਾਰ ਸੀ। ਜਦੋਂ ਉਹ ਗਰਭਵਤੀ ਹੋਈ ਤਾਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਹੁਣ ਹਰ ਰੋਜ਼ ਉਹ ਮੈਨੂੰ ਰਾਤ ਨੂੰ ਚੈੱਕਅਪ ਲਈ ਡਾਕਟਰ ਦੇ ਘਰ ਲੈ ਜਾਂਦੀ ਤੇ ਘਰ ਦੇ ਬਾਹਰ ਖੜਨ ਲਈ ਕਹਿੰਦੀ ਤਾਂ ਮੈਂ ਸਾਰੀ ਰਾਤ ਬਾਹਰ ਖੜਾ ਰਹਿੰਦਾ ਤੇ ਸਵੇਰੇ ਜਦੋਂ ਉਹ ਬਾਹਰ ਆਉਂਦੀ ਤਾਂ ਮੈਂ ਇੰਨਾ ਸਮਾਂ ਲੱਗਣ ਬਾਰੇ ਪੁੱਛਦਾ ਤਾਂ ਉਹ ਕਹਿੰਦੀ ਕਿ ਤੁਸੀਂ ਨਹੀਂ ਜਾਣਦੇ, ਤੁਸੀਂ ਅਨਪੜ੍ਹ ਗਵਾਰ ਹੋ। ਗਰਭਵਤੀ ਔਰਤ ਦੇ ਚੈੱਕਅਪ ਵਿੱਚ ਇੰਨਾ ਹੀ ਸਮਾਂ ਲੱਗਦਾ ਹੈ। ਫਿਰ ਇੱਕ ਦਿਨ ਜਦੋਂ ਮੈਂ ਬਿਨਾਂ ਦੱਸੇ ਅੰਦਰ ਗਿਆ ਤਾਂ ਮੇਰੀ ਰੂਹ ਕੰਬ ਗਈ, ਕਿਉਂਕਿ ਮੇਰੀ ਪਤਨੀ ਉਸ ਡਾਕਟਰ ਦੇ ਉੱਪਰ। ਇੱਕ ਦਿਨ ਜਦੋਂ ਮੈਂ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਘਰ ਆਇਆ ਤਾਂ ਮੇਰੀ ਮਾਂ ਮੈਨੂੰ ਬਹੁਤ ਖੁਸ਼ ਦਿਖ ਰਹੀ ਸੀ। ਮੈਂ ਉਸ ਨੂੰ ਪੁੱਛਿਆ, ਮੰਮੀ ਸਭ ਕੁਝ ਠੀਕ ਹੈ ਤਾਂ ਹੈ? ਤੁਸੀਂ ਬਹੁਤ ਖੁਸ਼ ਲੱਗ ਰਹੇ ਹੋ। ਉਹ ਖੁਸ਼ੀ ਨਾਲ ਰੋਟੀ ਮੇਰੇ ਸਾਹਮਣੇ ਰੱਖਦਿਆਂ ਬੋਲੀ, ਰਾਹੁਲ ਪੁੱਤਰ, ਅੱਜ ਮੈਂ ਬਹੁਤ ਖੁਸ਼ ਹਾਂ। ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦੀ, ਮੈਨੂੰ ਵੀ ਕੁਝ ਦੱਸੋ। ਮੈਂ ਹੈਰਾਨੀ ਨਾਲ ਪੁੱਛਿਆ ਤਾਂ ਉਹ ਹੱਸਦੇ ਹੋਏ ਬੋਲੀ, ਸਮਝ ਲੈ ਬੇਟਾ, ਤੇਰੀ ਲਾਟਰੀ ਲੱਗ ਗਈ ਹੈ, ਤੁਹਾਡੀ ਕਿਸਮਤ ਜਾਗ ਗਈ ਹੈ। ਮੈਨੂੰ ਸਮਝ ਨਹੀਂ ਆਈ। ਮੈਂ ਖਾਣਾ ਛੱਡ ਦਿੱਤਾ ਅਤੇ ਹੈਰਾਨੀ ਨਾਲ ਆਪਣੀ ਮਾਂ ਵੱਲ ਦੇਖਿਆ। ਫਿਰ ਮਾਂ ਨੇ ਦੱਸਿਆ ਕਿ ਮੇਰੇ ਲਈ ਕਿਸੇ ਦੂਰ ਦੇ ਰਿਸ਼ਤੇਦਾਰ ਦੀ ਧੀ ਦਾ ਰਿਸ਼ਤਾ ਆਇਆ ਸੀ। ਕੁੜੀ ਬਹੁਤ ਸੋਹਣੀ ਹੈ ਤੇ ਪੜ੍ਹੀ ਲਿਖੀ ਹੈ। ਵਿਆਹ ਹੋਇਆ ਸੀ ਪਰ ਟੁੱਟ ਗਿਆ। ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਸੀ। ਮਾਂ ਨੇ ਜੋ ਕਿਹਾ ਕਿ ਉਹ ਪੜ੍ਹੀ ਲਿਖੀ ਕੁੜੀ ਸੀ ਅਤੇ ਮੈਂ ਇੱਕ ਅਨਪੜ੍ਹ ਆਮ ਆਦਮੀ ਜੋ 2 ਵਕਤ ਦੀ ਰੋਟੀ ਕਮਾਉਣ ਲਈ ਸਖਤ ਮਿਹਨਤ ਕਰਦਾ ਸੀ ਨੂੰ ਇੰਨੀ ਚੰਗੀ ਕੁੜੀ ਕਿਵੇਂ ਮਿਲ ਸਕਦੀ ਸੀ। ਮੈਂ ਬਹੁਤ ਖੁਸ਼ ਸੀ। ਮੈਂ ਆਪਣੀ ਹੋਣ ਵਾਲੀ ਪਤਨੀ ਨੂੰ ਨਹੀਂ ਦੇਖਿਆ ਸੀ, ਪਰ ਮੈਂ ਆਪਣੀ ਮਾਂ ਤੋਂ ਉਸ ਦੀ ਬਹੁਤ ਤਾਰੀਫ ਸੁਣੀ ਸੀ। ਅਤੇ ਫਿਰ ਕੁਝ ਦਿਨਾਂ ਬਾਅਦ ਉਹ ਦਿਨ ਆ ਗਿਆ ਜਦੋਂ ਮੇਰਾ ਅਤੇ ਪਾਇਲ ਦਾ ਵਿਆਹ ਹੋ ਗਿਆ। ਪਾਇਲ ਮੇਰੀ ਦੁਲਹਨ ਬਣ ਕੇ ਮੇਰੇ ਘਰ ਆ ਗਈ ਸੀ। ਇਉਂ ਲੱਗ ਰਿਹਾ ਸੀ ਜਿਵੇਂ ਮੇਰੇ ਘਰ ਨੂੰ 4 ਚੰਨ ਲੱਗ ਗਏ ਹੋਣ। ਉਹ ਬਹੁਤ ਸੋਹਣੀ ਸੀ। ਮੈਂ ਬਹੁਤ ਖੁਸ਼ ਸੀ। ਮੈਂ ਉਸ ਨੂੰ ਬਹੁਤ ਪਿਆਰ ਕਰਨ ਲੱਗਾ। ਉਹ ਬਹੁਤ ਚੰਗੀ ਪੜ੍ਹੀ ਲਿਖੀ ਤੇ ਸੋਹਣੀ ਹੋਣ ਤੋਂ ਬਾਅਦ ਵੀ ਉਸ ਵਿੱਚ ਘਮੰਡ ਵਰਗੀ ਕੋਈ ਚੀਜ਼ ਨਹੀਂ ਸੀ। ਉਸਨੇ ਮੈਨੂੰ ਕਦੇ ਨਹੀਂ ਦੇਖਿਆ ਸੀ ਕਿ ਉਹ ਪੜ੍ਹੀ ਲਿਖੀ ਹੈ ਅਤੇ ਮੈਂ ਅਨਪੜ੍ਹ। ਮੈਂ ਉਸ ਦਾ ਬਹੁਤ ਖਿਆਲ ਰੱਖਦਾ ਸੀ। ਮੇਰਾ ਬਸ ਨਹੀਂ ਚੱਲਦਾ ਸੀ, ਨਹੀਂ ਤਾਂ ਮੈਂ ਉਸ ਦੇ ਮੂੰਹੋਂ ਨਿਕਲਣ ਵਾਲੇ ਹਰ ਸ਼ਬਦ ਅਤੇ ਹਰ ਇੱਛਾ ਨੂੰ ਪੂਰੀ ਕਰਨਾ ਚਾਹੁੰਦਾ ਸੀ। ਪਾਇਲ ਕੰਮ ਕਰਦੀ ਸੀ, ਇਸ ਲਈ ਉਸਨੇ ਵਿਆਹ ਲਈ 2 ਮਹੀਨੇ ਦੀ ਛੁੱਟੀ ਲਈ ਸੀ। ਛੁੱਟੀਆਂ ਖਤਮ ਹੋਣ ਤੇ ਉਹ ਦੁਬਾਰਾ ਆਪਣੇ ਦਫ਼ਤਰ ਜਾਣ ਲੱਗੀ ਅਤੇ ਮੇਰੇ ਕੋਲ ਸਿਰਫ 3 ਦਿਨ ਦੀ ਛੁੱਟੀ ਸੀ। ਮੈਂ ਗਰੀਬ ਆਦਮੀ ਸੀ, ਬਹੁਤ ਛੁੱਟੀ ਨਹੀਂ ਲੈ ਸਕਦਾ ਸੀ, ਨਹੀਂ ਤਾਂ ਮੈਂ ਕਿਵੇਂ ਕਮਾਵਾਂਗਾ। ਪਾਇਲ ਮੇਰੇ ਨਾਲ ਇਸ ਗਰੀਬੀ ਵਿੱਚ ਰਹਿੰਦੀ ਸੀ। ਅਸੀਂ ਦੋਵੇਂ ਸੁੱਕਾ ਖਾਣਾ ਖਾ ਕੇ ਵੀ ਖੁਸ਼ ਰਹਿੰਦੇ ਸੀ। ਹੁਣ ਮੇਰੀ ਇੱਕੋ ਇੱਕ ਇੱਛਾ ਸੀ ਕਿ ਇੱਕ ਬੱਚਾ ਹੋਵੇ। ਇਹ ਜਾਣਨ ਦੇ ਬਾਵਜੂਦ ਕਿ ਪਾਇਲ ਬਾਂਝ ਹੈ, ਮੈਂ ਦੁਆ ਕਰਦਾ ਸੀ। ਇਸ ਇੱਛਾ ਨੂੰ ਕਦੇ ਪਾਇਲ ਨਾਲ ਜ਼ਿਕਰ ਨਹੀਂ ਕੀਤਾ ਕਿ ਉਹ ਵਿਚਾਰੀ ਕਿਤੇ ਉਦਾਸ ਨਾ ਹੋ ਜਾਵੇ। ਇੱਕ ਰਾਤ ਅਚਾਨਕ ਮੇਰੀ ਅੱਖ ਖੁੱਲ ਗਈ। ਮੈਂ ਦੇਖਿਆ ਕਿ ਪਾਇਲ ਆਪਣੇ ਬੈੱਡ ਤੇ ਨਹੀਂ ਸੀ। ਮੈਂ ਘਬਰਾ ਗਿਆ। ਮੈਂ ਉੱਠ ਕੇ ਬੈਠ ਗਿਆ ਅਤੇ ਉਸ ਨੂੰ ਬੁਲਾਉਣ ਲੱਗਾ ਅਤੇ ਉੱਠ ਕੇ ਉਸ ਦੇ ਮਗਰ ਜਾਣ ਹੀ ਵਾਲਾ ਸੀ ਕਿ ਜਦੋਂ ਉਹ ਹੱਥ ਵਿੱਚ ਪਾਣੀ ਦਾ ਗਲਾਸ ਲੈ ਕੇ ਕਮਰੇ ਵਿੱਚ ਆਈ ਅਤੇ ਜਦੋਂ ਮੈਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਬਹੁਤ ਪਿਆਸੀ ਸੀ ਅਤੇ ਪਾਣੀ ਪੀਣ ਲਈ ਉੱਠੀ ਸੀ। ਉਸ ਤੋਂ ਬਾਅਦ ਪਾਇਲ ਰਾਤ ਨੂੰ ਬੈੱਡ ਤੋਂ ਗਾਇਬ ਹੋ ਜਾਂਦੀ ਸੀ। ਜਦੋਂ ਮੇਰੀ ਅੱਖ ਖੁੱਲਦੀ ਤਾਂ ਉਹ ਬੈੱਡ ਤੇ ਨਹੀਂ ਹੁੰਦੀ ਸੀ ਅਤੇ ਮੇਰੇ ਮਨ ਵਿੱਚ ਵਹਿਮ ਪੈਦਾ ਹੁੰਦਾ, ਪਰ ਮੈਂ ਪਾਇਲ ਨੂੰ ਨਾ ਦੱਸਿਆ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਦੁਖੀ ਹੋਵੇ ਕਿ ਮੈਂ ਉਸ ਬਾਰੇ ਕੁਝ ਬੁਰਾ ਸੋਚਦਾ ਹਾਂ ਜਾਂ ਉਸ ਤੇ ਸ਼ੱਕ ਕਰਦਾ ਹਾਂ। ਕੁਝ ਮਹੀਨਿਆਂ ਬਾਅਦ ਮਾਤਾ ਜੀ ਵੀ ਇਸ ਸੰਸਾਰ ਤੋਂ ਚਲੇ ਗਏ। ਹੁਣ ਘਰ ਵਿੱਚ ਸਿਰਫ ਮੈਂ ਤੇ ਪਾਇਲ ਸੀ। ਪਾਇਲ ਕਈ ਦਿਨਾਂ ਤੋਂ ਸੋਚਾਂ ਵਿੱਚ ਗੁਆਚੀ ਜਾਪਦੀ ਸੀ। ਪੁੱਛਣ ਤੇ ਉਹ ਮੈਨੂੰ ਕੁਝ ਨਹੀਂ ਦੱਸਦੀ ਸੀ ਅਤੇ ਇਹ ਕਹਿ ਕੇ ਟਾਲ ਦਿੰਦੀ ਸੀ ਕਿ ਇਹ ਮੇਰਾ ਭਰਮ ਹੈ ਅਤੇ ਮੈਂ ਵੀ ਜ਼ਿਆਦਾ ਜ਼ੋਰ ਦੇ ਕੇ ਉਸ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਉਹ ਬਹੁਤ ਸਮਝਦਾਰ ਸੀ ਅਤੇ ਮੈਂ ਪਾਗਲ ਸੀ। ਇਹ ਮੇਰਾ ਵਹਿਮ ਹੋਵੇਗਾ, ਸ਼ਾਇਦ ਇਹ ਕਹਿ ਕੇ ਮੈਂ ਆਪਣੇ ਮਨ ਵਿੱਚ ਆਉਣ ਵਾਲੇ ਵਹਿਮਾਂ ਤੋਂ ਆਪਣੇ ਆਪ ਨੂੰ ਮੁਕਤ ਕਰ ਲੈਂਦਾ ਸੀ। ਪਾਇਲ ਕੁਝ ਦਿਨਾਂ ਤੋਂ ਬਹੁਤ ਬਿਮਾਰ ਸੀ। ਉਹ ਕੰਮ ਤੇ ਵੀ ਨਹੀਂ ਜਾ ਸਕਦੀ ਸੀ ਅਤੇ ਪਾਇਲ ਨੂੰ ਅਜਿਹਾ ਹਾਲਤ ਵਿੱਚ ਛੱਡ ਕੇ ਮੈਂ ਵੀ ਕੰਮ ਤੇ ਨਹੀਂ ਜਾ ਸਕਦਾ ਸੀ। ਮੈਂ ਪਾਇਲ ਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਕੁਝ ਟੈਸਟ ਦੱਸੇ ਤੇ ਮੈਂ ਟੈਸਟ ਕਰਵਾਏ ਅਤੇ ਜਦੋਂ ਟੈਸਟ ਦੀ ਰਿਪੋਰਟ ਆਈ ਤਾਂ ਸਾਡੀ ਦੋਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ, ਕਿਉਂਕਿ ਰੱਬ ਨੇ ਮੇਰੀਆਂ ਅਰਦਾਸਾਂ ਸੁਣ ਲਈਆਂ ਸਨ।
ਪਾਇਲ ਮਾਂ ਬਣਨ ਵਾਲੀ ਸੀ। ਡਾਕਟਰ ਨੇ ਪਾਇਲ ਨੂੰ ਖੁਸ਼ਖਬਰੀ ਸੁਣਾਈ ਅਤੇ ਦਵਾਈਆਂ ਲਿਖੀਆਂ ਅਤੇ ਆਰਾਮ ਕਰਨ ਲਈ ਕਿਹਾ। ਅਸੀਂ ਖੁਸ਼ੀ-ਖੁਸ਼ੀ ਘਰ ਪਰਤ ਆਏ। ਹੁਣ ਮੈਂ ਪਾਇਲ ਦਾ ਜ਼ਿਆਦਾ ਖਿਆਲ ਰੱਖਣ ਲੱਗਾ ਕਿ ਉਹ ਆਪਣੀ ਖੁਰਾਕ, ਆਰਾਮ ਅਤੇ ਦਵਾਈਆਂ ਸਮੇਂ ਸਿਰ ਲੈਂਦੀ ਸੀ। ਮੈਂ ਹੀ ਸਾਰੇ ਘਰੇਲੂ ਕੰਮ ਕਰਦਾ ਸੀ। ਉਹ ਇਸ ਹਾਲਤ ਵਿੱਚ ਨਹੀਂ ਸੀ ਕਿ ਘਰ ਦੇ ਕੰਮ ਕਰ ਸਕੇ। ਮੈਂ ਸਵੇਰੇ ਉਸ ਦਾ ਨਾਸ਼ਤਾ ਤਿਆਰ ਕਰਕੇ ਉਸ ਨੂੰ ਖਵਾਉਂਦਾ ਤੇ ਫਿਰ ਮੈਂ ਕੰਮ ਤੇ ਚਲਾ ਜਾਂਦਾ। ਵਾਪਸ ਆ ਕੇ ਖਾਣਾ ਬਣਾਉਂਦਾ, ਭਾਂਡੇ ਧੋਂਦਾ ਅਤੇ ਮੇਰੇ ਅਤੇ ਪਾਇਲ ਦੇ ਗੰਦੇ ਕੱਪੜੇ ਵੀ ਧੋ ਦਿੰਦਾ। ਮੈਂ ਤਾਂ ਪਾਇਲ ਨੂੰ ਮੋਮ ਦੀ ਗੁੱਡੀ ਬਣਾ ਕੇ ਰੱਖਿਆ ਸੀ। ਪਿਛਲੇ ਕੁਝ ਦਿਨਾਂ ਤੋਂ ਪਾਇਲ ਦੀ ਹਾਲਤ 'ਚ ਕੁਝ ਸੁਧਾਰ ਹੋਇਆ ਸੀ। ਮੈਂ ਵੀ ਸੁੱਖ ਦਾ ਸਾਹ ਲਿਆ। ਨਹੀਂ ਤਾਂ ਕੰਮ ਤੇ ਜਾਂਦੇ ਹੋਏ ਵੀ ਮੈਨੂੰ ਸਾਰਾ ਦਿਨ ਪਾਇਲ ਦੀ ਚਿੰਤਾ ਰਹਿੰਦੀ ਸੀ। ਫਿਰ ਉਹ ਕੰਮ ਤੇ ਜਾਣ ਲੱਗੀ। ਉਸ ਦਾ ਕੰਮ ਬਹੁਤ ਵਧੀਆ ਸੀ। ਉਹ ਇਸ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਮੈਨੂੰ ਉਸ ਦੀ ਨੌਕਰੀ ਦੀ ਕੋਈ ਲੋੜ ਨਹੀਂ ਸੀ। ਨਾ ਹੀ ਮੈਂ ਕਦੇ ਉਸ ਤੋਂ ਪੈਸੇ ਮੰਗੇ ਅਤੇ ਨਾ ਹੀ ਇਹ ਪੁੱਛਿਆ ਕਿ ਉਹ ਕਿੱਥੇ ਖਰਚ ਕਰਦੀ ਹੈ। ਉਹ ਖੁਦ ਦੱਸਦੀ ਹੈ ਕਿ ਉਹ ਆਪਣੀ ਤਨਖਾਹ ਬੈਂਕ ਵਿੱਚ ਰੱਖਦੀ ਹੈ, ਭਵਿੱਖ ਵਿੱਚ ਸਾਡੇ ਕੰਮ ਆਵੇਗੀ। ਜੇ ਦੇਖੀਏ ਤਾਂ ਸਾਡੇ ਦੋਵਾਂ ਦਾ ਖਰਚ ਹੈ ਹੀ ਕਿੰਨਾ ਸੀ। ਘਰ ਸਾਡਾ ਆਪਣਾ ਸੀ ਤੇ ਘਰ ਵਿੱਚ ਸਬਜ਼ੀਆਂ ਉਗਾਈਆਂ ਹੋਈਆਂ ਸਨ। ਮੈਂ ਆਪਣੀ ਕਮਾਈ ਨਾਲ ਗੁਜ਼ਾਰਾ ਕਰ ਸਕਦਾ ਸੀ। ਜਦੋਂ ਮੈਂ ਇੱਕ ਦਿਨ ਘਰ ਆਇਆ ਤਾਂ ਪਾਇਲ ਘਰ ਨਹੀਂ ਸੀ। ਉਹ ਮੇਰੇ ਤੋਂ 2 ਘੰਟੇ ਪਹਿਲਾਂ ਘਰ ਆਉਂਦੀ ਸੀ। ਮੈਂ ਘਬਰਾ ਗਿਆ। ਜਦੋਂ ਮੈਂ ਉਸ ਦਾ ਨੰਬਰ ਡਾਇਲ ਕੀਤਾ ਤਾਂ ਨੰਬਰ ਵੀ ਬੰਦ ਆ ਰਿਹਾ ਸੀ। ਮੈਂ ਉੱਥੇ ਬੈਠ ਕੇ ਸੋਚ ਰਿਹਾ ਸੀ ਕਿ ਪਾਇਲ ਨੂੰ ਇੰਨੀ ਦੇਰ ਕਿਉਂ ਹੋ ਗਈ ਅਤੇ ਫੋਨ ਕਿਉਂ ਬੰਦ ਹੈ। ਇਸ ਪਰੇਸ਼ਾਨੀ ਵਿੱਚ ਅੱਧਾ ਘੰਟਾ ਬੀਤ ਗਿਆ। ਤਦ ਦਰਵਾਜ਼ਾ ਖੁੱਲ੍ਹਿਆ। ਮੈਂ ਦੇਖਿਆ ਕਿ ਇਹ ਪਾਇਲ ਸੀ। ਇਹ ਦੇਖ ਕੇ ਮੈਂ ਆਪਣੀ ਥਾਂ ਤੋਂ ਉੱਠ ਕੇ ਉਸ ਕੋਲ ਗਿਆ ਅਤੇ ਪੁੱਛਿਆ ਕਿ ਉਹ ਕਿੱਥੇ ਗਈ ਸੀ ਅਤੇ ਕੀ ਉਸ ਦੀ ਸਿਹਤ ਠੀਕ ਹੈ। ਮੈਂ ਬਹੁਤ ਚਿੰਤਾ ਵਿੱਚ ਸੀ। ਇਸ ਲਈ ਉਸ ਨੇ ਬੈਠਦਿਆਂ ਦੱਸਿਆ ਕਿ ਉਹ ਦਫ਼ਤਰ ਤੋਂ ਵਾਪਸ ਆ ਕੇ ਡਾਕਟਰ ਕੋਲ ਚਲੀ ਗਈ ਸੀ। ਡਾਕਟਰ ਨੇ ਕਿਹਾ ਕਿ ਹੁਣ ਉਸ ਦਾ ਰੋਜ਼ਾਨਾ ਅਲਟਰਾਸਾਊਂਡ ਕਰਵਾਉਣ ਦਾ ਸਮਾਂ ਆ ਗਿਆ ਹੈ। ਇਸ ਲਈ ਹੁਣ ਮੈਨੂੰ ਹਰ ਰੋਜ਼ ਉਸ ਦੇ ਘਰ ਜਾਣਾ ਪੈਣਾ ਸੀ ਅਤੇ ਫੋਨ ਦੀ ਬੈਟਰੀ ਖਤਮ ਹੋ ਗਈ ਸੀ। ਇਸ ਲਈ ਇਹ ਸਵਿਚ ਆਫ ਹੋ ਗਿਆ ਸੀ। ਇਹ ਸੁਣ ਕੇ ਮੈਨੂੰ ਕੁਝ ਰਾਹਤ ਮਹਿਸੂਸ ਹੋਈ ਤੇ ਮੈਂ ਉਸ ਨੂੰ ਕਿਹਾ ਸੀ ਕਿ ਮੈਂ ਖੁਦ ਉਸ ਨੂੰ ਅਲਟਰਾਸਾਊਂਡ ਕਰਵਾਉਣ ਲਈ ਲੈ ਜਾਵਾਂਗਾ। ਮੈਂ ਤੁਹਾਨੂੰ ਇਕੱਲੇ ਨਹੀਂ ਜਾਣ ਦਿਆਂਗਾ। ਉਸ ਨੇ ਬਾਰ-ਬਾਰ ਕਿਹਾ ਕਿ ਉਹ ਇਕੱਲੀ ਜਾਵੇਗੀ। ਮੈਂ ਕਿਹਾ ਤੁਹਾਡੇ ਨਾਲ ਕੌਣ ਹੋਵੇਗਾ। ਉਸ ਨੇ ਕਿਹਾ ਅਲਟਰਾਸਾਊਂਡ ਵਿੱਚ ਬਹੁਤ ਸਮਾਂ ਲੱਗਦਾ ਹੈ ਅਤੇ ਉਹ ਮਰਦਾਂ ਨੂੰ ਆਪਣੇ ਘਰ ਵੀ ਨਹੀਂ ਆਉਣ ਦਿੰਦੇ। ਪਰ ਮੈਂ ਕਿਹਾ ਕਿ ਜੋ ਮਰਜ਼ੀ ਹੋ ਜਾਵੇ, ਮੈਂ ਅੰਦਰ ਨਹੀਂ ਜਾਵਾਂਗਾ ਤੇ ਬਾਹਰ ਬੈਠ ਕੇ ਤੇਰਾ ਇੰਤਜ਼ਾਰ ਕਰ ਲਿਆ ਕਰਾਂਗਾ। ਮੈਨੂੰ ਨਹੀਂ ਪਤਾ ਕਿ ਉਸ ਨੂੰ ਇਹ ਕਿਉਂ ਪਸੰਦ ਨਹੀਂ ਸੀ, ਪਰ ਮੈਂ ਇਸ ਬਾਰੇ ਬਹੁਤ ਚਿੰਤਤ ਸੀ। ਮੈਂ ਇਸ ਨੂੰ ਇਕੱਲਾ ਕਿਵੇਂ ਛੱਡ ਸਕਦਾ ਸੀ। ਅਗਲੇ ਦਿਨ ਤੋਂ ਮੈਂ ਪਾਇਲ ਨੂੰ ਅਲਟਰਾਸਾਊਂਡ ਲਈ ਉਸ ਡਾਕਟਰ ਦੇ ਘਰ ਲਿਜਾਣਾ ਸ਼ੁਰੂ ਕਰ ਦਿੱਤਾ। ਉਹ ਅੰਦਰ ਚਲੀ ਜਾਂਦੀ ਅਤੇ ਫਿਰ ਮੈਂ ਸਾਰੀ ਰਾਤ ਘਰ ਦੇ ਬਾਹਰ ਖੜਾ ਰਹਿੰਦਾ। ਜਦੋਂ ਮੈਂ ਪੁੱਛਦਾ ਕਿ ਤੁਹਾਨੂੰ ਇੰਨਾ ਸਮਾਂ ਕਿਉਂ ਲੱਗਦਾ ਹੈ ਤਾਂ ਉਸਨੇ ਕਿਹਾ, ਤੁਹਾਨੂੰ ਕੀ ਪਤਾ, ਅਲਟਰਾਸਾਊਂਡ ਵਿੱਚ ਇੰਨਾ ਹੀ ਸਮਾਂ ਲੱਗਦਾ ਹੈ। ਅਤੇ ਮੈਂ ਉਸ ਤੇ ਵਿਸ਼ਵਾਸ ਕਰ ਲੈਂਦਾ ਕਿਉਂਕਿ ਮੈਨੂੰ ਉਸ ਸਮੇਂ ਉਹਨਾਂ ਚੀਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਬੇਸ਼ੱਕ ਮੈਨੂੰ ਉਹਨਾਂ ਚੀਜ਼ਾਂ ਬਾਰੇ ਕੀ ਪਤਾ ਸੀ। ਫਿਰ ਮੈਂ ਹਰ ਰੋਜ਼ ਪਾਇਲ ਨੂੰ ਅਲਟਰਾਸਾਊਂਡ ਲਈ ਡਾਕਟਰ ਦੇ ਘਰ ਲੈ ਜਾਂਦਾ ਅਤੇ ਰੋਜ਼ਾਨਾ ਹੀ ਉਹ ਸਵੇਰੇ ਡਾਕਟਰ ਦੇ ਘਰੋਂ ਨਿਕਲਦੀ ਅਤੇ ਮੈਂ ਉਸ ਨੂੰ ਲੈ ਕੇ ਘਰ ਵਾਪਸ ਆ ਜਾਂਦਾ। ਇਸ ਦਿਨ ਵੀ ਮੈਂ ਉਸ ਨੂੰ ਡਾਕਟਰ ਦੇ ਘਰ ਲੈ ਗਿਆ। ਉਹ ਅਲਟਰਾਸਾਊਂਡ ਕਰਵਾਉਣ ਅੰਦਰ ਚਲੀ ਗਈ ਅਤੇ ਮੈਂ ਬਾਹਰ ਬੈਠ ਕੇ ਹਮੇਸ਼ਾ ਵਾਂਗ ਉਸ ਦਾ ਇੰਤਜ਼ਾਰ ਕਰਨ ਲੱਗਾ। ਸਵੇਰ ਹੋ ਗਈ ਸੀ ਪਰ ਉਹ ਬਾਹਰ ਨਹੀਂ ਆਈ। ਪਾਇਲ ਨੂੰ ਇੰਨਾ ਸਮਾਂ ਕਦੇ ਨਹੀਂ ਲੱਗਾ, ਫਿਰ ਅੱਜ ਇੰਨੀ ਦੇਰ ਕਿਉਂ ਲੱਗ ਗਈ। ਮੈਂ ਬੜੀ ਮੁਸ਼ਕਲ ਨਾਲ ਉੱਠਿਆ ਅਤੇ ਇੱਧਰ ਉੱਧਰ ਤੁਰਨ ਲੱਗਾ। ਉਦੋਂ ਸਵੇਰ ਦੇ 9 ਵੱਜ ਚੁੱਕੇ ਸਨ ਪਰ ਪਾਇਲ ਅਜੇ ਬਾਹਰ ਨਹੀਂ ਆਈ ਸੀ। ਮੈਨੂੰ ਕੁਝ ਸ਼ੱਕ ਸੀ। ਮੈਂ ਡਾਕਟਰ ਦੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਚਲਾ ਗਿਆ। ਉੱਥੇ ਪਹੁੰਚ ਕੇ ਜੋ ਮੈਂ ਦੇਖਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅਸਮਾਨ ਫੁੱਟਣ ਲੱਗ ਪਿਆ ਕਿਉਂਕਿ ਉੱਥੇ ਕੋਈ ਵੀ ਨਹੀਂ ਸੀ। ਮੈਂ ਹਰ ਤਰ੍ਹਾਂ ਨਾਲ ਆਪਣੇ ਆਪ ਨੂੰ ਦਿਲਾਸਾ ਦਿੱਤਾ। ਪਾਇਲ ਸਾਰੇ ਘਰ ਵਿੱਚ ਕਿਤੇ ਨਹੀਂ ਸੀ। ਮੈਂ ਵਾਪਸ ਆ ਕੇ ਬਾਹਰ ਬੈਠ ਗਿਆ ਅਤੇ ਮੇਰੇ ਮਨ ਅੰਦਰ ਕਈ ਤਰ੍ਹਾਂ ਦੇ ਵਿਚਾਰ ਘੁੰਮ ਰਹੇ ਸਨ। ਮੈਂ ਬੇਰਹਿਮੀ ਵਿੱਚ ਆਪਣੇ ਹੱਥ ਰਗੜ ਰਿਹਾ ਤੇ ਆਪਣਾ ਪਸੀਨਾ ਪੂੰਝ ਰਿਹਾ ਸੀ। ਪਾਇਲ ਨੂੰ ਡਾਕਟਰ ਦੇ ਘਰੋਂ ਨਿਕਲਦਿਆਂ ਦੇਖ ਕੇ ਮੈਂ ਹੈਰਾਨ ਹੋ ਗਿਆ। ਮੈਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਕਾਬੂ ਕਰਨ ਤੋਂ ਬਾਅਦ ਇੰਨੀ ਦੇਰ ਦਾ ਕਾਰਨ ਪੁੱਛਿਆ। ਉਸ ਨੇ ਅਚਾਨਕ ਦੱਸਿਆ ਕਿ ਅੱਜ ਬਹੁਤ ਭੀੜ ਸੀ। ਮੇਰਾ ਨੰਬਰ ਕਾਫੀ ਦੇਰ ਬਾਅਦ ਆਇਆ। ਮੈਂ ਕੁਝ ਨਾ ਪੁੱਛਿਆ ਅਤੇ ਚੁੱਪ ਕਰਕੇ ਘਰ ਪਰਤ ਆਇਆ। ਮੈਂ ਦੁਚਿੰਤ ਵਿੱਚ ਸੀ ਅਤੇ ਸਾਰਾ ਦਿਨ ਸੋਚਦਾ ਰਿਹਾ ਕਿ ਉਹ ਕਿੱਥੇ ਗਈ ਸੀ। ਮੇਰਾ ਸਿਰ ਸਾਰਾ ਦਿਨ ਖਿਆਲਾਂ ਨਾਲ ਫਟ ਰਿਹਾ ਸੀ ਅਤੇ ਪਾਇਲ ਖੁਸ਼ੀ ਨਾਲ ਸੋ ਰਹੀ ਸੀ। ਮੈਂ ਉੱਠਿਆ, ਚਾਹ ਬਣਾਈ ਅਤੇ ਸਿਰ ਦਰਦ ਦੀਆਂ ਗੋਲੀਆਂ ਲੱਭਣ ਲੱਗਾ
ਕਿ ਚਾਹ ਨਾਲ ਹੀ ਲੈ ਲਵਾਂ। ਕੁਝ ਸਮੇਂ ਬਾਅਦ ਪਹਿਲ ਵੀ ਉੱਠ ਗਈ। ਖਾਣਾ ਤਿਆਰ ਕਰਕੇ ਉਹ ਵਾਪਸ ਕੰਮ ਤੇ ਜਾਣ ਲੱਗੀ ਤਾਂ ਮੈਂ ਉਸ ਨੂੰ ਦੱਸਿਆ ਕਿ ਮੇਰੀ ਤਬੀਅਤ ਠੀਕ ਨਹੀਂ ਹੈ, ਮੇਰਾ ਸਿਰ ਬਹੁਤ ਦਰਦ ਕਰ ਰਿਹਾ ਹੈ, ਮੈਂ ਅੱਜ ਕੰਮ ਤੇ ਨਹੀਂ ਜਾਵਾਂਗਾ। ਉਹ ਮੈਨੂੰ ਦਵਾਈ ਲੈਣ ਲਈ ਕਹਿ ਕੇ ਚਲੀ ਗਈ ਅਤੇ ਕਈ ਘਟਨਾਵਾਂ ਮੇਰੇ ਦਿਮਾਗ ਵਿੱਚ ਘੁੰਮਣ ਲੱਗ ਪਈਆਂ। ਪਹਿਲ ਦਾ ਮੇਰੇ ਨਾਲ ਵਿਆਹ ਕਰਵਾਉਣਾ, ਉਸ ਦਾ ਰਾਤ ਨੂੰ ਮੰਜੇ ਤੋਂ ਗਾਇਬ ਹੋਣਾ ਅਤੇ ਹੁਣ ਅਲਟਰਾਸਾਊਂਡ ਲਈ ਹਰ ਰੋਜ਼ ਡਾਕਟਰ ਦੇ ਘਰ ਜਾਣਾ ਅਤੇ ਉੱਥੋਂ ਉਸ ਦਾ ਗਾਇਬ ਹੋਣਾ, ਇਹ ਸਭ ਮੇਰੇ ਲਈ ਬਹੁਤ ਸ਼ਰਮਨਾਕ ਸੀ। ਇੱਕ ਦਿਨ ਪਹਿਲ ਵਾਪਸ ਆਈ ਅਤੇ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਅਲਟਰਾਸਾਊਂਡ ਲਈ ਜਾਣ ਲੱਗੀ। ਮੈਂ ਇਸ ਦੇ ਨਾਲ ਨਹੀਂ ਗਿਆ। ਮੇਰੇ ਵਿੱਚ ਕੋਈ ਸਦਮਾ ਸਹਿਣ ਕਰਨ ਦੀ ਹਿੰਮਤ ਨਹੀਂ ਸੀ। ਮੈਂ ਉਸ ਨੂੰ ਦੱਸਿਆ ਕਿ ਮੇਰੀ ਤਬੀਅਤ ਠੀਕ ਨਹੀਂ ਹੈ ਅਤੇ ਉਸ ਨੂੰ ਅੱਜ ਇਕੱਲੇ ਜਾਣ ਲਈ ਕਿਹਾ। ਉਸ ਨੇ ਵੀ ਜ਼ਿਆਦਾ ਜਿੱਦ ਨਾ ਕੀਤੀ ਅਤੇ ਸਵੇਰੇ ਹੀ ਡਾਕਟਰ ਦੇ ਘਰ ਚਲੀ ਗਈ ਅਤੇ ਸਵੇਰੇ ਹੀ ਡਾਕਟਰ ਦੇ ਘਰੋਂ ਵਾਪਸ ਆ ਗਈ। ਅੱਜ ਉਹ ਕੁਝ ਥੱਕੀ ਹੋਈ ਨਜ਼ਰ ਆ ਰਹੀ ਸੀ ਤੇ ਚੁੱਪ ਸੀ। ਉਹ ਆਪਣੀਆਂ ਸੋਚਾਂ ਵਿੱਚ ਗੁਆਚੀ ਚੁੱਪ ਬੈਠੀ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਚੀਜ਼ ਉਸ ਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ। ਮੈਂ ਕਾਫੀ ਦੇਰ ਤੱਕ ਉਸ ਨੂੰ ਧਿਆਨ ਨਾਲ ਦੇਖਦਾ ਰਿਹਾ। ਮੈਂ ਉਸ ਦਾ ਉਦਾਸ ਚਿਹਰਾ ਨਹੀਂ ਦੇਖ ਸਕਿਆ। ਮੈਂ ਆਪਣੀ ਪਿਆਰੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ, ਪਰ ਉਹ ਉਸ ਨੂੰ ਇਹ ਵੀ ਨਹੀਂ ਪੁੱਛ ਸਕਦਾ ਸੀ ਕਿ ਉਹ ਉਦਾਸ ਕਿਉਂ ਸੀ ਅਤੇ ਅਲਟਰਾਸਾਊਂਡ ਦੇ ਬਹਾਨੇ ਉਹ ਹਰ ਰੋਜ਼ ਕਿੱਥੇ ਜਾਂਦੀ ਹੈ। ਅਗਲੇ ਦਿਨ ਮੈਂ ਵੀ ਆਮ ਵਾਂਗ ਕੰਮ ਤੇ ਚਲਾ ਗਿਆ ਅਤੇ ਪਹਿਲ ਵੀ ਆਪਣੀ ਨੌਕਰੀ ਤੇ ਚਲੀ ਗਈ। ਅੱਜ ਵੀ ਮੇਰਾ ਮਨ ਦੁਚਿੰਤ ਵਿੱਚ ਸੀ। ਪਹਿਲ ਦੇ ਵਾਪਸ ਆਉਣ ਤੋਂ ਪਹਿਲਾਂ ਮੈਂ ਘਰ ਪਹੁੰਚ ਗਿਆ। ਪਹਿਲ ਨੇ ਘਰ ਆ ਕੇ ਮੈਨੂੰ ਜਲਦੀ ਆਉਣ ਦਾ ਕਾਰਨ ਪੁੱਛਿਆ ਅਤੇ ਮੇਰੀ ਸਿਹਤ ਬਾਰੇ ਪੁੱਛਿਆ ਤਾਂ ਉਹ ਬਿਮਾਰੀ ਕਾਰਨ ਚਿੰਤਤ ਨਜ਼ਰ ਆ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਚਿੰਤਾ ਨਾ ਕਰੋ, ਮੈਂ ਬਿਲਕੁਲ ਠੀਕ ਹਾਂ। ਮੇਰਾ ਥੋੜਾ ਸਿਰ ਦਰਦ ਕਰ ਰਿਹਾ ਸੀ, ਇਸ ਲਈ ਮੈਂ ਜਲਦੀ ਛੁੱਟੀ ਲੈ ਕੇ ਚਲਾ ਆਇਆ। ਤੁਸੀਂ ਕੁਝ ਸਮਾਂ ਆਰਾਮ ਕਰੋ, ਫਿਰ ਮੈਂ ਤੁਹਾਨੂੰ ਅਲਟਰਾਸਾਊਂਡ ਲਈ ਲੈ ਜਾਵਾਂਗਾ। ਉਹ ਮੰਨ ਗਈ। ਕੁਝ ਸਮੇਂ ਬਾਅਦ ਮੈਂ ਉਸ ਨੂੰ ਡਾਕਟਰ ਦੇ ਘਰ ਲੈ ਗਿਆ, ਜਿੱਥੇ ਉਹ ਇਕੱਲੀ ਅੰਦਰ ਚਲੀ ਗਈ। ਉਸ ਦੇ ਜਾਣ ਤੋਂ ਕੁਝ ਦੇਰ ਬਾਅਦ ਮੈਂ ਵੀ ਡਾਕਟਰ ਦੇ ਘਰ ਅੰਦਰ ਵੜ ਗਿਆ। ਪਹਿਲ ਉੱਥੇ ਨਹੀਂ ਸੀ। ਜਦੋਂ ਮੈਂ ਘਰ ਦੇ ਦੂਜੇ ਪਾਸੇ ਗਿਆ ਤਾਂ ਪਹਿਲ ਨੂੰ ਦੂਜੇ ਦਰਵਾਜ਼ੇ ਤੋਂ ਬਾਹਰ ਜਾਂਦੇ ਦੇਖਿਆ। ਮੇਰਾ ਸਿਰ ਘੁੰਮ ਰਿਹਾ ਸੀ। ਹਿੰਮਤ ਜੁਟਾ ਕੇ ਮੈਂ ਵੀ ਇਸ ਦਰਵਾਜ਼ੇ ਤੋਂ ਬਾਹਰ ਆ ਗਿਆ। ਮੈਂ ਉੱਥੇ ਜੋ ਕੁਝ ਦੇਖਿਆ ਉਹ ਮੇਰੇ ਦਿਲ ਨੂੰ ਝੰਜੋੜਨ ਲਈ ਕਾਫੀ ਸੀ। ਉੱਥੇ ਮੈਂ ਪਹਿਲ ਨੂੰ ਇੱਕ ਅਜਨਬੀ ਨਾਲ ਕਾਰ ਵਿੱਚ ਬੈਠਦਿਆਂ ਦੇਖਿਆ। ਮੈਂ ਤੁਰੰਤ ਆਟੋ ਰਿਕਸ਼ਾ ਨੂੰ ਰੋਕਿਆ ਅਤੇ ਉਸ ਨੂੰ ਉਸ ਗੱਡੀ ਦਾ ਪਿੱਛਾ ਕਰਨ ਲਈ ਕਿਹਾ ਜਿਸ ਵਿੱਚ ਮੇਰੀ ਪਤਨੀ ਕਿਸੇ ਹੋਰ ਆਦਮੀ ਨਾਲ ਸਫ਼ਰ ਕਰ ਰਹੀ ਸੀ। ਕੁਝ ਦੂਰ ਜਾ ਕੇ ਕਾਰ ਇੱਕ ਰੈਸਟੋਰੈਂਟ ਦੇ ਸਾਹਮਣੇ ਜਾ ਕੇ ਰੁਕੀ। ਪਾਇਲ ਅਤੇ ਉਹ ਵਿਅਕਤੀ ਕਾਰ ਤੋਂ ਉਤਰ ਕੇ ਰੈਸਟੋਰੈਂਟ ਦੇ ਅੰਦਰ ਚਲੇ ਗਏ। ਮੈਂ ਵੀ ਰਿਕਸ਼ਾ ਰੋਕਿਆ। ਰਿਕਸ਼ਾ ਵਾਲੇ ਨੂੰ ਪੈਸੇ ਦੇ ਕੇ ਅੰਦਰ ਵੜ ਗਿਆ। ਆਲੇ ਦੁਆਲੇ ਝਾਤੀ ਮਾਰਨ ਤੋਂ ਬਾਅਦ ਦੋਵੇਂ ਕੁਝ ਦੂਰੀ ਤੇ ਇੱਕ ਮੇਜ਼ ਤੇ ਬੈਠੇ ਦਿਖਾਈ ਦਿੱਤੇ। ਉਹਨਾਂ ਨੂੰ ਇਕੱਠੇ ਬੈਠ ਦੇਖ ਕੇ ਮੇਰੇ ਦਿਲ ਵਿੱਚ ਛੁਰੀਆਂ ਚੱਲਣ ਲੱਗ ਪਈਆਂ। ਮੇਰਾ ਸਿਰ ਦਰਦ ਨਾਲ ਫਟਣ ਲੱਗਾ। ਮੇਰੀਆਂ ਲੱਤਾਂ ਵਿੱਚ ਤਾਂ ਜਾਨ ਹੀ ਨਹੀਂ ਸੀ। ਬੜੀ ਮੁਸ਼ਕਲ ਨਾਲ ਮੈਂ ਆਪਣੇ ਆਪ ਨੂੰ ਉਸ ਦੇ ਮੇਜ਼ ਵੱਲ ਲੈ ਗਿਆ। ਜਦੋਂ ਪਹਿਲ ਨੇ ਮੈਨੂੰ ਆਪਣੇ ਵੱਲ ਆਉਂਦੇ ਦੇਖਿਆ, ਉਹ ਆਪਣੀ ਕੁਰਸੀ ਤੋਂ ਉੱਠ ਕੇ ਖੜੀ ਹੋ ਗਈ। ਉਸ ਦਾ ਰੰਗ ਫਿੱਕਾ ਪੈ ਗਿਆ ਸੀ। ਇਸ ਤਰ੍ਹਾਂ ਫੜੇ ਜਾਣ ਤੇ ਪਹਿਲ ਦੇ ਮੂੰਹੋਂ ਇੱਕ ਸ਼ਬਦ ਨਿਕਲਿਆ, ਰਾਹੁਲ। ਇਹ ਸੁਣ ਕੇ ਉਹ ਆਦਮੀ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਡਰ ਕੇ ਉੱਠਿਆ। ਮੈਂ ਹਿੰਮਤ ਇਕੱਠੀ ਕੀਤੀ ਅਤੇ ਅੱਗੇ ਵਧਿਆ। ਪਹਿਲ ਦਾ ਹੱਥ ਫੜ ਕੇ ਉਸ ਨੂੰ ਰੈਸਟੋਰੈਂਟ ਤੋਂ ਬਾਹਰ ਕੱਢ ਲਿਆ। ਉੱਥੇ ਉਹ ਆਦਮੀ ਚੁੱਪਚਾਪ ਸਾਰਾ ਡਰਾਮਾ ਦੇਖ ਰਿਹਾ ਸੀ। ਰੈਸਟੋਰੈਂਟ ਤੋਂ ਬਾਹਰ ਆ ਕੇ ਮੈਂ ਰਿਕਸ਼ਾ ਰੋਕ ਲਿਆ ਅਤੇ ਪਹਿਲ ਨੂੰ ਬਿਠਾਉਣ ਤੋਂ ਬਾਅਦ ਮੈਂ ਵੀ ਰਿਕਸ਼ੇ ਵਿੱਚ ਬੈਠ ਗਿਆ। ਅਸੀਂ ਦੋਵਾਂ ਨੇ ਸਾਰਾ ਸਫ਼ਰ ਚੁੱਪਚਾਪ ਲੰਘਾਇਆ। ਉਹ ਬਹੁਤ ਸਦਮੇ ਵਿੱਚ ਸੀ। ਮੈਂ ਕਿ ਕੋਈ ਵੀ ਬੰਦਾ ਜੇਕਰ ਆਪਣੀ ਪਤਨੀ ਨੂੰ ਕਿਸੇ ਗੈਰ ਮਰਦ ਨਾਲ ਇਸ ਤਰ੍ਹਾਂ ਧੋਖਾ ਦਿੰਦੇ ਹੋਏ ਦੇਖੇਗਾ ਤਾਂ ਉਸ ਦਾ ਕੀ ਆਹੀ ਹਾਲ ਹੋਵੇਗਾ। ਅਸੀਂ ਦੋਵੇਂ ਘਰ ਪਹੁੰਚ ਗਏ। ਰਿਕਸ਼ੇ ਤੋਂ ਉਤਰ ਕੇ ਮੈਂ ਅੰਦਰ ਆ ਕੇ ਸਿਰ ਫੜ ਕੇ ਬੈਠ ਗਿਆ। ਪਾਇਲ ਅੰਦਰ ਵੜ ਗਈ। ਉਹ ਬਹੁਤ ਘਬਰਾ ਗਈ ਸੀ। ਉਹ ਉੱਥੇ ਆ ਕੇ ਮੇਰੇ ਨੇੜੇ ਮੰਜੇ ਤੇ ਬੈਠ ਗਈ। ਜਿਵੇਂ ਹੀ ਉਹ ਬੈਠੀ ਮੈਂ ਖੜਾ ਹੋ ਗਿਆ ਅਤੇ ਮੈਂ ਬਹੁਤ ਬੇਚੈਨ ਸੀ। ਕੁਝ ਸਮਝ ਨਹੀਂ ਆ ਰਿਹਾ ਸੀ। ਮੈਨੂੰ ਯਾਦ ਨਹੀਂ ਕਿ ਮੈਂ ਕੀ ਦੇਖਿਆ ਅਤੇ ਕਿੱਥੇ ਦੇਖਿਆ। ਮੇਰੇ ਦਿਮਾਗ ਵਿੱਚ ਬਸ ਇੱਕ ਸੀਨ ਚੱਲ ਰਿਹਾ ਸੀ। ਮੇਰੇ ਹੱਥ ਬੰਨੇ ਹੋਏ ਸਨ ਤੇ ਸਰੀਰ ਕੰਬ ਰਿਹਾ ਸੀ। ਅੱਖਾਂ ਲਾਲ ਹੋ ਗਈਆਂ ਸਨ। ਪਾਇਲ ਸਿਰ ਝੁਕਾ ਕੇ ਬੈਠੀ ਸੀ। ਕਿੰਨਾ ਸਮਾਂ ਦਹਿਸ਼ਤ ਅਤੇ ਚੁੱਪ ਵਿੱਚ ਬੀਤ ਗਿਆ। ਅਚਾਨਕ ਮੈਂ ਉਸ ਤੇ ਚੀਕਿਆ ਕਿ ਉਹ ਕੌਣ ਸੀ। ਮੇਰੀ ਗੁੱਸੇ ਵਾਲੀ ਆਵਾਜ਼ ਸੁਣ ਕੇ ਪਾਇਲ ਡਰ ਗਈ ਅਤੇ ਚੁੱਪ ਹੋ ਗਈ। ਮੈਂ ਉਸ ਦੇ ਨੇੜੇ ਜਾ ਕੇ ਉਸ ਵੱਲ ਦੇਖਿਆ ਅਤੇ ਪਾਇਲ ਨੂੰ ਪੁੱਛਿਆ,
ਉਹ ਕੌਣ ਸੀ ਜਿਸ ਕਾਰਨ ਤੂੰ ਮੇਰੀ ਇੱਜ਼ਤ ਬਰਬਾਦ ਕੀਤੀ ਅਤੇ ਜਿਸ ਨੂੰ ਤੂੰ ਲੁਕ ਛਿਪ ਕੇ ਮਿਲ ਰਹੀ ਹੈ? ਤੂੰ ਮੈਨੂੰ ਧੋਖਾ ਕਿਉਂ ਦਿੱਤਾ? ਮੈਂ ਤੁਹਾਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਅਤੇ ਤੁਸੀਂ ਮੈਨੂੰ ਇਹ ਸਿਲਾ ਦਿੱਤਾ। ਮੈਂ ਉਸ ਨੂੰ ਪੁੱਛਿਆ, ਪਰ ਉਸਨੇ ਕੁਝ ਨਹੀਂ ਕਿਹਾ। ਥੱਕਿਆ ਅਤੇ ਹਾਰਿਆ ਮੈਂ ਆਪਣਾ ਸਿਰ ਆਪਣੇ ਗੋਡਿਆਂ ਤੇ ਰੱਖਿਆ ਤੇ ਬੈਠ ਗਿਆ ਤੇ ਰੋਣ ਲੱਗ ਪਿਆ। ਤਾਂ ਪਾਇਲ ਦੀ ਕੰਮ ਦੀ ਆਵਾਜ਼ ਸੁਣਾਈ ਦਿੱਤੀ। ਉਹ ਮੇਰਾ ਪਹਿਲਾ ਪਤੀ ਸੀ। ਪਾਇਲ ਦੀ ਆਵਾਜ਼ ਸੁਣ ਕੇ ਮੈਂ ਗੋਡਿਆਂ ਤੋਂ ਸਿਰ ਚੁੱਕ ਕੇ ਹੈਰਾਨੀ ਨਾਲ ਉਸ ਵੱਲ ਦੇਖਿਆ। ਪਾਇਲ ਅਤੇ ਕਰਨ ਇੱਕ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ। ਦੋਵਾਂ ਵਿੱਚ ਬਹੁਤ ਚੰਗੀ ਗੱਲਬਾਤ ਸੀ ਅਤੇ ਇਹ ਗੱਲਬਾਤ ਦੋਸਤੀ ਵਿੱਚ ਬਦਲ ਗਈ। ਕੁਝ ਸਮੇਂ ਬਾਅਦ ਉਹਨਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਉਹ ਵਿਆਹ ਕਰਨਾ ਚਾਹੁੰਦੇ ਸਨ। ਇਸ ਲਈ ਕਰਨ ਨੇ ਵੀ ਜਿਵੇਂ ਹੀ ਯੂਨੀਵਰਸਿਟੀ ਦੀ ਪੜ੍ਹਾਈ ਖਤਮ ਕੀਤੀ, ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਰਿਸ਼ਤਾ ਮੰਗਣ ਲਈ ਪਾਇਲ ਦੇ ਘਰ ਭੇਜਿਆ। ਪਾਇਲ ਦੇ ਪਰਿਵਾਰਕ ਮੈਂਬਰਾਂ ਨੂੰ ਪਾਇਲ ਦੀ ਪਸੰਦ ਬਾਰੇ ਪਤਾ ਸੀ, ਇਸ ਲਈ ਉਹਨਾਂ ਨੇ ਪਾਇਲ ਲਈ ਕਰਨ ਦਾ ਰਿਸ਼ਤਾ ਸਵੀਕਾਰ ਕਰ ਲਿਆ। ਕੁਝ ਦਿਨਾਂ ਬਾਅਦ ਮੰਗਣੀ ਦੀ ਤਰੀਕ ਤੈਅ ਹੋ ਗਈ ਅਤੇ 6 ਮਹੀਨਿਆਂ ਬਾਅਦ ਵਿਆਹ ਤੈਅ ਹੋ ਗਿਆ। ਪਾਇਲ ਅਤੇ ਕਰਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਅਤੇ ਫਿਰ ਵਿਆਹ ਦਾ ਦਿਨ ਆ ਗਿਆ। ਪਾਇਲ ਵਿਆਹ ਕਰਵਾ ਕੇ ਕਰਨ ਦੇ ਘਰ ਆ ਗਈ ਅਤੇ 2 ਮਹੀਨਿਆਂ ਤੋਂ ਖੁਸ਼ਹਾਲ ਜੀਵਨ ਬਤੀਤ ਕਰ ਰਹੀ ਸੀ। ਕਈ ਸਾਲ ਬੀਤ ਗਏ ਪਰ ਉਹਨਾਂ ਦਾ ਪਿਆਰ ਨਹੀਂ ਘਟਿਆ। ਬਸ ਇੱਕੋ ਚੀਜ਼, ਇੱਕ ਬੱਚੇ ਦੀ ਕਮੀ ਸੀ। ਪਾਇਲ ਦੇ ਵਿਆਹ ਨੂੰ 5 ਸਾਲ ਹੋ ਗਏ। ਉਸ ਨੇ ਆਪਣਾ ਬਹੁਤ ਇਲਾਜ ਕਰਵਾਇਆ ਪਰ ਉਹ ਮਾਂ ਨਹੀਂ ਬਣ ਸਕੀ। ਡਾਕਟਰ ਨੇ ਕਿਹਾ ਸੀ ਕਿ ਦੋਵਾਂ ਨੂੰ ਆਪਣੇ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕਿਸ ਵਿੱਚ ਕਮੀ ਹੈ, ਤਾਂ ਜੋ ਇਸ ਦਾ ਇਲਾਜ ਕੀਤਾ ਜਾ ਸਕੇ। ਦੋਵਾਂ ਨੇ ਟੈਸਟ ਕਰਵਾਏ। ਕੁਝ ਦਿਨ ਬਾਅਦ ਕਰਨ ਨੇ ਹਸਪਤਾਲ ਤੋਂ ਰਿਪੋਰਟ ਲੈ ਕੇ ਪਾਇਲ ਨੂੰ ਸੌਂਪ ਦਿੱਤੀ। ਕਰਨ ਨੇ ਕਿਹਾ ਕਿ ਮੇਰੀਆਂ ਰਿਪੋਰਟਾਂ ਬਿਲਕੁਲ ਠੀਕ ਹਨ ਪਰ ਤੂੰ ਕਦੇ ਮਾਂ ਨਹੀਂ ਬਣ ਸਕਦੀ। ਇਹ ਸੁਣ ਕੇ ਪਾਇਲ ਬਹੁਤ ਰੋਈ। ਕਈ ਦਿਨ ਮੰਜੇ ਤੇ ਪਈ ਰਹੀ। ਉਹ ਬੱਚਾ ਪੈਦਾ ਕਰਨਾ ਚਾਹੁੰਦੀ ਸੀ। ਉਹ ਇੱਕ ਅਧੂਰੀ ਔਰਤ ਬਣ ਕੇ ਨਹੀਂ ਰਹਿਣਾ ਚਾਹੁੰਦੀ ਸੀ। ਉਸ ਦੀ ਹਰ ਚੀਜ਼ ਵਿੱਚ ਦਿਲਚਸਪੀ ਖਤਮ ਹੋ ਗਈ ਸੀ। ਉਸ ਨੇ ਸਾਰੇ ਸ਼ਿੰਗਾਰ, ਖਾਣ ਪੀਣ ਅਤੇ ਸਫ਼ਰ ਕਰਨਾ ਛੱਡ ਦਿੱਤਾ ਸੀ। ਕਰਨ ਦੇ ਕਹਿਣ ਦੇ ਬਾਵਜੂਦ ਉਹ ਜ਼ਿੰਦਗੀ ਵਿੱਚ ਕੋਈ ਦਿਲਚਸਪੀ ਨਹੀਂ ਲੈ ਰਹੀ ਸੀ। ਉਹ ਹਰ ਸਮੇਂ ਉਦਾਸ ਅਤੇ ਰੋਂਦੀ ਨਜ਼ਰ ਆਉਂਦੀ ਸੀ। ਕਰਨ ਉਸ ਦੀ ਹਾਲਤ ਤੋਂ ਪਰੇਸ਼ਾਨ ਹੋਣ ਲੱਗਾ। ਉਹ ਪਹਿਲਾਂ ਵਾਲੀ ਪਾਇਲ ਚਾਹੁੰਦਾ ਸੀ ਜੋ ਮੁਸਕਰਾਉਂਦੀ ਸੀ ਤੇ ਜਿੰਦਾ ਦਿਲ ਸੀ ਅਤੇ ਕਰਨ ਦੀ ਜ਼ਿੰਦਗੀ ਆਮ ਵਾਂਗ ਨਹੀਂ ਚੱਲ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਉਹਨਾਂ ਦੇ ਪਿਆਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ। ਉਹ ਸਧਾਰਨ ਜੀਵਨ ਜਿਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਪਰ ਸਭ ਕੁਝ ਸਮਝਾਉਣ ਦੇ ਬਾਵਜੂਦ ਪਾਇਲ ਇਸ ਸਦਮੇ ਤੋਂ ਬਾਹਰ ਨਹੀਂ ਆ ਰਹੀ ਸੀ। ਉਸ ਨੇ ਬਹੁਤ ਸੁਪਨੇ ਦੇਖੇ ਕਿ ਕਰਨ ਦੇ ਬੱਚੇ ਵਿਹੜੇ ਵਿੱਚ ਖੇਡਦੇ ਤੇ ਉਹ ਦੋਵੇਂ ਖੁਸ਼ਹਾਲ ਤੇ ਮੁਸਕਰਾਉਂਦੇ ਜੀਵਨ ਬਤੀਤ ਕਰਦੇ, ਪਰ ਅਜਿਹਾ ਨਾ ਹੋ ਸਕਿਆ। ਕਰਨ ਪਾਇਲ ਦੇ ਇਸ ਰਵੱਈਏ ਤੋਂ ਕਾਫੀ ਨਾਰਾਜ਼ ਸੀ। ਉਹ ਉਸ ਨੂੰ ਬਹੁਤ ਸਮਝਾਉਂਦਾ ਸੀ ਕਿ ਉਸ ਨੂੰ ਕੋਈ ਬੱਚਾ ਨਹੀਂ ਚਾਹੀਦਾ, ਉਹ ਬੱਚਾ ਗੋਦ ਵੀ ਲੈ ਸਕਦੇ ਹਨ, ਪਰ ਪਾਇਲ ਆਪਣਾ ਬੱਚਾ ਚਾਹੁੰਦੀ ਸੀ। ਉਸ ਨੇ ਹਰ ਸੰਭਵ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਕਿ ਪਾਇਲ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਾ ਹੋਵੇ। ਦਿਲ ਤੋਂ ਉਦਾਸ ਹੋਣ ਦੇ ਬਾਵਜੂਦ ਕਰਨ ਖੁਸ਼ ਰਹਿਣ ਦੀ ਕੋਸ਼ਿਸ਼ ਕਰਦਾ। ਹੁਣ ਪਾਇਲ ਵਿੱਚ ਕੁਝ ਬਦਲਾਅ ਨੂੰ ਦੇਖ ਕੇ ਕਰਨ ਨੂੰ ਕੁਝ ਰਾਹਤ ਮਿਲੀ। ਕੁਝ ਦਿਨ ਸਭ ਕੁਝ ਠੀਕ ਰਿਹਾ ਪਰ ਫਿਰ ਕੁਝ ਅਜਿਹਾ ਹੋਇਆ ਕਿ ਪਾਇਲ ਆਪਣੀ ਪਿਛਲੀ ਹਾਲਤ ਵਿੱਚ ਪਰਤ ਆਈ। ਨਤੀਜੇ ਵਜੋਂ ਉਹਨਾਂ ਵਿੱਚ ਅਕਸਰ ਲੜਾਈ ਹੋਣ ਲੱਗੀ। ਝਗੜੇ ਅਤੇ ਛੋਟੀਆਂ-ਛੋਟੀਆਂ ਲੜਾਈਆਂ ਨਿੱਤ ਦਾ ਕੰਮ ਬਣ ਗਿਆ ਸੀ। ਦਿਨ ਐਵੇਂ ਹੀ ਬੀਤਦੇ ਜਾ ਰਹੇ ਸਨ ਤੇ ਇੱਕ ਦਿਨ ਕਿਸੇ ਗੱਲ ਨੂੰ ਲੈ ਕੇ ਫਿਰ ਝਗੜਾ ਹੋਣ ਲੱਗਾ। ਇਹ ਤਕਰਾਰ ਲੜਾਈ ਝਗੜੇ ਵਿੱਚ ਬਦਲ ਗਈ। ਦੋਨਾਂ ਦੀ ਬਹੁਤ ਲੜਾਈ ਹੋ ਰਹੀ ਸੀ। ਕਰਨ ਨੇ ਉਸ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਗੁੱਸੇ 'ਚ ਉਸ ਨੇ ਅੱਖਾਂ 'ਚ ਹੰਝੂ ਲੈ ਕੇ ਪਾਇਲ ਨੂੰ ਤਲਾਕ ਦੇ ਦਿੱਤਾ। ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਨੂੰ ਬਹੁਤ ਪਿਆਰ ਕਰਨ ਵਾਲੇ ਕਰਨ ਦੇ ਮੂੰਹੋਂ ਤਲਾਕ ਦੇ ਸ਼ਬਦ ਕਿਵੇਂ ਨਿਕਲੇ। ਪਾਇਲ ਨੂੰ ਇੱਕ ਹੋਰ ਝਟਕਾ ਲੱਗਾ ਸੀ। ਉਹ ਰੋਂਦੀ ਹੋਈ ਜ਼ਮੀਨ ਤੇ ਬੈਠ ਗਈ ਤੇ ਤਲਾਕ ਦੇ ਕਾਗਜ਼ਾਂ ਤੇ ਦਸਤਖਤ ਕੀਤੇ ਅਤੇ ਉਸ ਤੋਂ ਬਾਅਦ ਕਰਨ ਨੂੰ ਵੀ ਅਹਿਸਾਸ ਹੋ ਗਿਆ ਕਿ ਉਸ ਨੇ ਗੁੱਸੇ ਵਿੱਚ ਕੀ ਕੀਤਾ ਸੀ। ਉਹ ਚੁੱਪ ਸੀ। ਫਿਰ ਉਹ ਪਾਇਲ ਦੇ ਕੋਲ ਬੈਠ ਗਿਆ ਅਤੇ ਉਸ ਨੂੰ ਦੱਸਣ ਲੱਗਾ ਕਿ ਗੁੱਸੇ ਵਿੱਚ ਇਹ ਗੱਲ ਉਸ ਦੇ ਮੂੰਹੋਂ ਨਿਕਲੀ ਹੈ। ਉਹ ਇਹ ਬਿਲਕੁਲ ਨਹੀਂ ਚਾਹੁੰਦਾ ਸੀ। ਉਸ ਨੇ ਗੁੱਸੇ ਨਾਲ ਕਾਗਜ਼ ਤੇ ਦਸਤਖਤ ਕਰ ਦਿੱਤੇ। ਪਾਇਲ, ਜੋ ਉਸ ਸਮੇਂ ਪਰੇਸ਼ਾਨ ਅਤੇ ਹੈਰਾਨ ਸੀ, ਨੇ ਉਸ ਨੂੰ ਉੱਥੋਂ ਚੁੱਕ ਲਿਆ ਅਤੇ ਕਿਹਾ,
ਕਾਰਨ ਸਭ ਕੁਝ ਖਤਮ ਹੋ ਗਿਆ ਹੈ। ਉਸਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਆਪਣਾ ਸਮਾਨ ਬੰਨ੍ਹ ਕੇ ਉਸ ਸਮੇਂ ਘਰ ਛੱਡ ਕੇ ਆਪਣੇ ਪੇਕੇ ਘਰ ਆ ਗਈ, ਕਿਉਂਕਿ ਤਲਾਕ ਤੋਂ ਬਾਅਦ ਉਸ ਲਈ ਘਰ ਰਹਿਣਾ ਸੰਭਵ ਨਹੀਂ ਸੀ। ਇਸ ਤੋਂ ਬਾਅਦ ਕਰਨ ਇਸ ਮਾਮਲੇ ਦਾ ਹੱਲ ਕੱਢਣ ਲਈ ਕਈ ਵਾਰ ਆਪਣੇ ਮਾਤਾ-ਪਿਤਾ ਕੋਲ ਆਇਆ, ਪਰ ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਹੁਣ ਜਦੋਂ ਤਲਾਕ ਹੋ ਗਿਆ ਹੈ, ਸਾਨੂੰ ਪੈਲ ਦਾ ਪਿੱਛਾ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਉਹ ਬਹੁਤ ਪਰੇਸ਼ਾਨ ਸੀ। ਉਹ ਪੈਲ ਨੂੰ ਬਾਰ-ਬਾਰ ਫੋਨ ਕਰਦਾ ਰਿਹਾ ਕਿ ਇੱਕ ਵਾਰ ਮੈਨੂੰ ਮਿਲੋ ਅਤੇ ਇਸ ਮਸਲੇ ਦਾ ਹੱਲ ਲੱਭੋ। ਕਰਨ ਦੇ ਕਾਫੀ ਜ਼ੋਰ ਪਾਉਣ ਤੋਂ ਬਾਅਦ ਪੈਲ ਨੇ ਹਾਮੀ ਭਰ ਦਿੱਤੀ। ਜਦੋਂ ਕਰਨ ਨੇ ਉਸ ਨਾਲ ਮੁਲਾਕਾਤ ਕੀਤੀ, ਉਸ ਤੋਂ ਕੋਈ ਹੱਲ ਪੁੱਛਣਾ ਚਾਹਿਆ ਤਾਂ ਪੈਲ ਨੇ ਉਸ ਨੂੰ ਕਿਹਾ ਕਿ ਹੁਣ ਮੈਂ ਤੁਹਾਡੇ ਨਾਲ ਉਦੋਂ ਤੱਕ ਵਿਆਹ ਨਹੀਂ ਕਰ ਸਕਦੀ ਜਦੋਂ ਤੱਕ ਮੈਂ ਕਿਸੇ ਹੋਰ ਆਦਮੀ ਨਾਲ ਵਿਆਹ ਨਹੀਂ ਕਰਵਾ ਲੈਂਦੀ ਅਤੇ ਉਹ ਮੈਨੂੰ ਤਲਾਕ ਨਹੀਂ ਦੇ ਦਿੰਦਾ। ਫਿਰ ਉਸ ਨੇ ਰਾਹੁਲ ਬਾਰੇ ਸੋਚਿਆ, ਜੋ ਇੱਕ ਦਿਨ ਕਿਸੇ ਕੰਮ ਲਈ ਉਸ ਦੇ ਘਰ ਆਇਆ ਸੀ। ਉਹ ਬਹੁਤ ਸਧਾਰਨ ਸੀ। ਉਹ ਆਸਾਨੀ ਨਾਲ ਤਲਾਕ ਦੇ ਸਕਦਾ ਸੀ। ਉਹ ਮੇਰੀ ਮਾਂ ਦੇ ਦੂਰ ਦੇ ਚਚੇਰੇ ਭਰਾ ਦਾ ਪੁੱਤਰ ਸੀ। ਉਹ ਬਹੁਤ ਗਰੀਬ ਸਨ। ਪੈਲ ਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਵਿਆਹ ਕਰਨਾ ਚਾਹੁੰਦੀ ਹੈ ਅਤੇ ਉਸ ਨੂੰ ਇਸ ਬਾਰੇ ਰਾਹੁਲ ਦੀ ਮਾਂ ਨਾਲ ਗੱਲ ਕਰਨੀ ਚਾਹੀਦੀ ਹੈ। ਮਾਤਾ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਰਾਹੁਲ ਪੜ੍ਹਿਆ ਲਿਖਿਆ ਵੀ ਨਹੀਂ ਹੈ, ਪਰ ਪੈਲ ਦੇ ਜ਼ੋਰ ਪਾਉਣ ਤੇ ਉਹ ਮੰਨ ਗਏ ਕਿ ਉਹ ਇੱਕ ਚੰਗਾ ਅਤੇ ਸਲੀਕੇ ਵਾਲਾ ਵਿਅਕਤੀ ਹੈ ਅਤੇ ਉਸ ਦੀ ਮਾਂ ਨੂੰ ਬੁਲਾ ਕੇ ਉਹਨਾਂ ਨੂੰ ਰਿਸ਼ਤਾ ਦਿੱਤਾ। ਪੈਲ ਰਾਹੁਲ ਦੇ ਘਰ ਆਉਂਦੀ ਹੈ ਅਤੇ ਰਾਹੁਲ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ। ਉਹ ਉਸ ਦਾ ਖਿਆਲ ਰੱਖਦਾ ਹੈ। ਉਹ ਬਿਨਾਂ ਕਿਸੇ ਕਾਰਨ ਉਸ ਨੂੰ ਤਲਾਕ ਕਿਵੇਂ ਦੇ ਸਕਦੀ ਸੀ। ਉਹ ਸੋਚਦੀ ਰਹੀ ਕਿ ਕਰਨ ਹਰ ਰਾਤ ਉਸ ਨੂੰ ਫੋਨ ਕਰੇਗਾ, ਉਹ ਪਾਣੀ ਪੀਣ ਲਈ ਬਾਹਰ ਆ ਜਾਵੇ ਅਤੇ ਉਸ ਨਾਲ ਗੱਲ ਕਰੇਗੀ। ਉਸ ਨੇ ਤਲਾਕ ਲੈਣ ਦੀ ਗੱਲ ਕੀਤੀ ਤਾਂ ਪੈਲ ਨੇ ਕਿਹਾ ਕਿ ਸਮਾਂ ਆਉਣ ਤੇ ਮੈਂ ਤਲਾਕ ਲੈ ਲਵਾਂਗੀ। ਕੁਝ ਦਿਨਾਂ ਬਾਅਦ ਮੈਂ ਉਸ ਤੋਂ ਤਲਾਕ ਮੰਗਣ ਜਾ ਰਹੀ ਸੀ। ਫਿਰ ਅਚਾਨਕ ਮੈਂ ਬਿਮਾਰ ਹੋ ਗਈ ਅਤੇ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ। ਮੈਨੂੰ ਬਹੁਤ ਹੈਰਾਨੀ ਹੋਈ ਕਿ ਮੈਂ ਬਾਂਝ ਸੀ। ਮੈਂ ਮਾਂ ਕਿਵੇਂ ਬਣ ਸਕਦੀ ਹਾਂ। ਉਹ ਆਪਣੇ ਪੇਕੇ ਘਰ ਗਈ। ਉੱਥੋਂ ਇੱਕ ਪੁਰਾਣੀ ਰਿਪੋਰਟ ਮਿਲੀ ਜਿਸ ਵਿੱਚ ਲਿਖਿਆ ਸੀ ਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ। ਮੈਂ ਡਾਕਟਰ ਕੋਲ ਗਈ ਸੀ। ਰਿਪੋਰਟ ਉਸ ਦੇ ਸਾਹਮਣੇ ਸੁੱਟ ਦਿੱਤੀ ਅਤੇ ਪੁੱਛਣ ਲੱਗੀ ਕਿ ਮੈਂ ਤਾਂ ਬਾਂਝ ਸੀ, ਫਿਰ ਮੈਂ ਮਾਂ ਕਿਵੇਂ ਬਣੀ। ਉਸ ਨੂੰ ਰਿਪੋਰਟ ਵੀ ਦਿਖਾਈ। ਡਾਕਟਰ ਘਬਰਾ ਗਿਆ ਅਤੇ ਫਿਰ ਸ਼ਰਮਿੰਦਾ ਹੋਇਆ ਅਤੇ ਕਿਹਾ ਕਿ ਬਾਂਝ ਤੁਸੀਂ ਨਹੀਂ ਸੀ। ਡਾਕਟਰ ਨੇ ਉਸ ਤੋਂ ਬਾਅਦ ਅਜਿਹਾ ਰਾਜ ਖੋਲ੍ਹਿਆ ਕਿ ਮੇਰੇ ਸਿਰ ਤੇ ਅਸਮਾਨ ਹੀ ਡਿੱਗ ਪਿਆ ਕਿ ਬਾਂਝ ਤੁਹਾਡਾ ਪਤੀ ਸੀ, ਤੁਸੀਂ ਨਹੀਂ। ਉਹ ਪਿਤਾ ਨਹੀਂ ਬਣ ਸਕਦਾ ਸੀ ਅਤੇ ਉਸ ਦੇ ਜ਼ੋਰ ਪਾਉਣ ਤੇ ਉਸ ਨੇ ਇਹ ਗਲਤ ਰਿਪੋਰਟ ਕੀਤੀ ਸੀ। ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਕੋਈ ਇੰਨੀ ਵੱਡੀ ਧੋਖਾਧੜੀ ਕਿਵੇਂ ਕਰ ਸਕਦਾ ਹੈ। ਉਸ ਨੂੰ ਵੱਡਾ ਝਟਕਾ ਲੱਗਾ। ਹੁਣ ਉਹ ਅਲਟਰਾਸਾਊਂਡ ਦੇ ਬਹਾਨੇ ਕਰਨ ਨੂੰ ਮਿਲਣ ਲਈ ਗਈ ਸੀ। ਉਸ ਨੇ ਕਰਨ ਨੂੰ ਦੱਸਿਆ ਕਿ ਉਹ ਸਭ ਕੁਝ ਜਾਣਦੀ ਹੈ। ਉਹ ਮਾਫੀ ਮੰਗਦਾ ਹੈ ਅਤੇ ਕਹਿੰਦਾ ਹੈ ਕਿ ਉਹ ਉਸ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ, ਇਸ ਲਈ ਮੈਂ ਇਹ ਝੂਠੀ ਰਿਪੋਰਟ ਬਣਾਈ। ਪਰ ਪੈਲ ਹੁਣ ਰਾਹੁਲ ਨਾਲ ਰਹਿਣਾ ਚਾਹੁੰਦੀ ਸੀ। ਉਹ ਬਹੁਤ ਚੰਗਾ ਆਦਮੀ ਹੈ ਅਤੇ ਉਹ ਉਸ ਨੂੰ ਛੱਡ ਨਹੀਂ ਸਕਦੀ। ਹੁਣ ਜਦੋਂ ਉਹ ਉਸ ਦੇ ਬੱਚੇ ਦੀ ਮਾਂ ਬਣਨ ਜਾ ਰਹੀ ਹੈ, ਜੇਕਰ ਉਹ ਮਾਂ ਨਾ ਬਣੀ ਹੁੰਦੀ ਤਾਂ ਉਸ ਨੂੰ ਕਦੇ ਵੀ ਪਤਾ ਨਹੀਂ ਲੱਗ ਸਕਦਾ ਸੀ ਕਿ ਕਰਨ ਨੇ ਉਸ ਨਾਲ ਧੋਖਾ ਕੀਤਾ ਹੈ। ਇਸ ਦਿਨ ਉਹ ਆਖਰੀ ਵਾਰ ਉਸ ਨੂੰ ਮਿਲਣ ਗਈ ਅਤੇ ਸਭ ਕੁਝ ਦੱਸ ਦਿੱਤਾ ਕਿ ਉਹ ਹੁਣ ਕਰਨ ਨਾਲ ਨਹੀਂ ਰਹੇਗੀ। ਜਦੋਂ ਰਾਹੁਲ ਨੇ ਮੇਰਾ ਪਿੱਛਾ ਕੀਤਾ ਤਾਂ ਦੋਵਾਂ ਨੂੰ ਰੈਸਟੋਰੈਂਟ ਵਿੱਚ ਇਕੱਠੇ ਦੇਖਿਆ। ਮੈਂ ਚੁੱਪਚਾਪ ਸਾਰੀ ਕਹਾਣੀ ਸੁਣਦਾ ਰਿਹਾ ਅਤੇ ਮੇਰੇ ਦਿਲ ਨੇ ਉਸ ਤੇ ਵਿਸ਼ਵਾਸ ਕੀਤਾ। ਇਹ ਜਾਣ ਕੇ ਪੈਲ ਨੇ ਮੇਰੇ ਨਾਲ ਕੋਈ ਧੋਖਾ ਨਹੀਂ ਕੀਤਾ, ਸਗੋਂ ਉਹ ਖੁਦ ਹੀ ਧੋਖੇ ਦਾ ਸ਼ਿਕਾਰ ਹੋਈ ਸੀ। ਮੈਂ ਉਸ ਨੂੰ ਜੱਫੀ ਪਾ ਲਈ ਤੇ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਇਸ ਸਭ ਤੋਂ ਬਾਅਦ ਉਸ ਨੇ ਰੋਂਦੇ ਹੋਏ ਕਿਹਾ ਕਿ ਉਹ ਬਹੁਤ ਪਰੇਸ਼ਾਨ ਸੀ, ਕੁਝ ਸਮਝ ਨਹੀਂ ਆ ਰਿਹਾ ਸੀ। ਇਹ ਸੁਣ ਕੇ ਮੈਂ ਸ਼ੁਕਰਗੁਜ਼ਾਰ ਮਹਿਸੂਸ ਕਰਨ ਲੱਗਾ ਕਿ ਮੈਨੂੰ ਪੈਲ ਵਰਗੀ ਪਤਨੀ ਮਿਲੀ। ਮੈਂ ਉਸ ਨੂੰ ਇਸ ਹਾਲਤ ਵਿੱਚ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਮੈਂ ਉਸ ਨੂੰ ਭਰੋਸਾ ਦਿਵਾਇਆ ਕਿ ਹੁਣ ਮੈਨੂੰ ਉਸ ਵਿਰੁੱਧ ਕੋਈ ਸ਼ਿਕਾਇਤ ਨਹੀਂ ਹੈ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।